ਮੇਰੇ ਦੋ ਭਰਾਵਾਂ ਦੀ ਇੱਕ ਦੁਲਹਨ। ਇਹ ਰਾਜ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਬੇਗਮਪੁਰ ਦੀ ਇੱਕ ਸੱਚੀ ਕਹਾਣੀ। ਮੇਰਾ ਨਾਮ ਸੋਨਮ ਹੈ। ਮੈਂ ਆਪਣੇ ਮਾਤਾ ਪਿਤਾ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਤੇ ਮੇਰਾ ਬਚਪਨ ਇੱਕ ਡਰਾਵਨੇ ਸੁਪਨੇ ਵਰਗਾ ਸੀ। ਮੇਰੀ ਕਿਸਮਤ ਨੇ ਮੇਰੇ ਨਾਲ ਇੱਕ ਅਜਿਹਾ ਖੇਲ ਖੇਲਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੋਂ ਬਾਅਦ ਵੀ ਆਪਣੇ ਅਤੀਤ ਨੂੰ ਨਹੀਂ ਭੁੱਲ ਸਕਦੀ ਸੀ। ਮੇਰੇ ਮਾਤਾ ਪਿਤਾ ਕਦੇ ਨਹੀਂ ਚਾਹੁੰਦੇ ਸੀ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇ ਤੇ ਮੈਂ ਆਪਣੇ ਹੀ ਘਰ ਵਿੱਚ ਕੈਦੀ ਬਣ ਕੇ ਰਹਿ ਜਾਵਾਂ। ਇਸ ਲਈ ਮੇਰੀ ਮਾਂ ਨੇ ਸਾਰੇ ਲੋਕਾਂ ਤੋਂ ਛੁਪਾ ਕੇ ਮੇਰੀ ਭੂਆ ਦੇ ਘਰ ਭੇਜ ਦਿੱਤਾ ਸੀ। ਉਹਨਾਂ ਦੀ ਵੀ ਕੋਈ ਔਲਾਦ ਨਹੀਂ ਸੀ, ਇਸ ਲਈ ਮੇਰੀ ਭੂਆ ਨੇ ਤੇ ਮੇਰੇ ਫੁੱਫੜ ਨੇ ਮੈਨੂੰ ਆਪਣੀ ਸਕੀ ਔਲਾਦ ਤੋਂ ਵੀ ਵੱਧ ਕੇ ਸਮਝਿਆ। ਮੈਨੂੰ ਪੜ੍ਹਾਇਆ ਲਿਖਾਇਆ ਤੇ ਆਪਣੇ ਪੈਰਾਂ ਤੇ ਖੜਾ ਕੀਤਾ। ਹੁਣ ਮੈਂ ਸ਼ਹਿਰ ਵਿੱਚ ਹੀ ਇੱਕ ਕੰਪਨੀ ਵਿੱਚ ਜੌਬ ਕਰ ਰਹੀ ਸੀ। ਮੈਂ ਬਹੁਤ ਘੱਟ ਬੋਲਦੀ ਸੀ। ਮੈਨੂੰ ਲੋਕਾਂ ਨਾਲ ਜ਼ਿਆਦਾ ਘੁਲਣਾ ਮਿਲਣਾ ਪਸੰਦ ਨਹੀਂ ਸੀ। ਮੈਂ ਸਵੇਰੇ ਆਪਣੀ ਜੌਬ ਉੱਤੇ ਜਾਂਦੀ ਤੇ ਸ਼ਾਮ ਨੂੰ ਵਾਪਸ ਆ ਜਾਂਦੀ ਸੀ। ਘਰ ਵਾਪਸ ਆਉਣ ਤੋਂ ਬਾਅਦ ਮੇਰੀ ਭੂਆ ਮੈਨੂੰ ਖਾਣਾ ਖਵਾਉਂਦੀ ਤੇ ਮੇਰੇ ਲਈ ਚਾਹ ਬਣਾਉਂਦੀ ਸੀ। ਫਿਰ ਅਸੀਂ ਦੋਵੇਂ ਗੱਲਾਂ ਕਰਨ ਲੱਗਦੇ ਤੇ ਗੱਲਾਂ ਕਰਦੇ ਕਰਦੇ ਕਦੋਂ ਸਮਾਂ ਨਿਕਲ ਜਾਂਦਾ ਸਾਨੂੰ ਪਤਾ ਹੀ ਨਹੀਂ ਚੱਲਦਾ। ਫਿਰ ਫੁੱਫੜ ਜੀ ਦੇ ਆਫਿਸ ਤੋਂ ਘਰ ਵਾਪਸ ਆਉਣ ਦਾ ਸਮਾਂ ਹੋ ਜਾਂਦਾ। ਉਹ ਜਦੋਂ ਆਫਿਸ ਤੋਂ ਘਰ ਵਾਪਸ ਆਉਂਦੇ ਤਾਂ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੇ, ਪਰ ਜਦੋਂ ਵੀ ਮੈਨੂੰ ਆਪਣੇ ਅਤੀਤ ਦੀ ਯਾਦ ਆਉਂਦੀ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਸੀ। ਲੇਕਿਨ ਭੂਆ ਤੇ ਫੁੱਫੜ ਦੇ ਪਿਆਰ ਨੇ ਮੈਨੂੰ ਆਪਣੇ ਅਤੀਤ ਨੂੰ ਭੁੱਲਣ ਲਈ ਮਜਬੂਰ ਕਰ ਦਿੱਤਾ ਸੀ। ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲੱਗੀ ਸੀ, ਇੱਕ ਦਿਨ ਸਾਡੀ ਕੰਪਨੀ ਵਿੱਚ ਇੱਕ ਨਵਾਂ ਮੈਨੇਜਰ ਆਇਆ। ਉਹ ਬਹੁਤ ਜ਼ਿਆਦਾ ਹੈਂਡਸਮ ਤੇ ਸਮਾਰਟ ਸੀ। ਆਫਿਸ ਦੀਆਂ ਸਾਰੀਆਂ ਕੁੜੀਆਂ ਉਸ ਦੇ ਅੱਗੇ ਪਿੱਛੇ ਘੁੰਮਦੀਆਂ ਰਹਿੰਦੀਆਂ ਸੀ, ਪਰ ਉਹ ਕਿਸੇ ਵੱਲ ਵੀ ਨਜ਼ਰ ਉਠਾ ਕੇ ਨਹੀਂ ਦੇਖਦਾ ਸੀ। ਇੱਕ ਦਿਨ ਮੈਨੂੰ ਕਿਸੇ ਕੰਮ ਲਈ ਉਸ ਮੈਨੇਜਰ ਦੇ ਕੈਬਿਨ ਵਿੱਚ ਜਾਣਾ ਪਿਆ। ਮੈਂ ਦਰਵਾਜ਼ਾ ਖੜਕਾਇਆ। ਉਹਨਾਂ ਨੇ ਕਿਹਾ, ਕੌਣ ਹੈ? ਅੰਦਰ ਆ ਜਾਓ ਪਲੀਜ਼। ਮੈਂ ਘਬਰਾ ਗਈ ਤੇ ਕਹਿਣ ਲੱਗੀ, ਸਰ ਮੇਰਾ ਨਾਮ ਸੋਨਮ ਹੈ। ਤੁਸੀਂ ਮੈਨੂੰ ਇਹ ਫਾਈਲ ਦਿੱਤੀ ਸੀ, ਪਰ ਮੈਨੂੰ ਇਸ ਦਾ ਪਿਛਲਾ ਰਿਕਾਰਡ ਸਮਝ ਨਹੀਂ ਆ ਰਿਹਾ ਕਿ ਤੁਸੀਂ ਮੇਰੀ ਹੈਲਪ ਕਰ ਦਿਓਗੇ? ਉਹਨਾਂ ਨੇ ਕਿਹਾ, ਜੀ ਜੀ ਬਿਲਕੁਲ, ਕਿਉਂ ਨਹੀਂ, ਮੈਂ ਤੁਹਾਨੂੰ ਸਭ ਕੁਝ ਸਮਝਾ ਦਿੰਦਾ ਹਾਂ। ਉਹ ਫਾਈਲ ਦੇਖ ਕੇ ਮੈਨੂੰ ਕੰਮ ਸਮਝਾਉਣ ਲੱਗੇ ਤੇ ਮੈਂ ਉਹਨਾਂ ਨੂੰ ਦੇਖਣ ਲੱਗੀ। ਮੇਰੀਆਂ ਨਜ਼ਰਾਂ ਉਹਨਾਂ ਦੇ ਉੱਪਰੋਂ ਹਟ ਹੀ ਨਹੀਂ ਰਹੀਆਂ ਸੀ। ਉਹ ਸੱਚਮੁੱਚ ਹੀ ਬਹੁਤ ਜ਼ਿਆਦਾ ਹੈਂਡਸਮ ਸੀ। ਇੰਨੀ ਦੇਰ ਵਿੱਚ ਉਹਨਾਂ ਨੇ ਚੁਟਕੀ ਵਜਾ ਕੇ ਮੈਨੂੰ ਕਿਹਾ, ਹੈਲੋ ਸੋਨਮ, ਤੁਸੀਂ ਕਿਸ ਦੇ ਖਿਆਲਾਂ ਵਿੱਚ ਗੁੰਮ ਹੋ ਗਏ? ਮੈਂ ਅਚਾਨਕ ਆਪਣੇ ਖਿਆਲਾਂ ਵਿੱਚੋਂ ਵਾਪਸ ਆਈ ਤੇ ਉਹਨਾਂ ਨੂੰ ਕਹਿਣ ਲੱਗੀ, ਜੀ ਸਰ, ਮੈਨੂੰ ਸਭ ਕੁਝ ਸਮਝ ਆ ਗਿਆ। ਤੁਸੀਂ ਫਿਕਰ ਨਾ ਕਰੋ, ਮੈਂ ਸਾਰਾ ਕੰਮ ਕੰਪਲੀਟ ਕਰ ਦੇਵਾਂਗੀ। ਮੇਰਾ ਦਿਲ ਤਾਂ ਉਸ ਦਿਨ ਤੋਂ ਹੀ ਮੈਨੇਜਰ ਅਨਿਲ ਦੀ ਮੁਹੱਬਤ ਵਿੱਚ ਡੁੱਬ ਗਿਆ ਸੀ, ਪਰ ਜਿਵੇਂ ਹੀ ਮੈਨੂੰ ਮੇਰੇ ਅਤੀਤ ਦੀ ਯਾਦ ਆਉਂਦੀ ਮੈਂ ਡਰ ਜਾਂਦੀ ਸੀ। ਮੈਂ ਆਪਣੀ ਭੂਆ ਨਾਲ ਆਪਣੀ ਹਰ ਗੱਲ ਸ਼ੇਅਰ ਕਰਦੀ ਸੀ। ਉਹਨਾਂ ਤੋਂ ਇਲਾਵਾ ਮੇਰਾ ਹੋਰ ਕੋਈ ਨਹੀਂ ਸੀ, ਇਸ ਲਈ ਉਹ ਮੇਰੀ ਸਭ ਤੋਂ ਚੰਗੀ ਦੋਸਤ ਵੀ ਸੀ। ਜਦੋਂ ਮੈਂ ਉਹਨਾਂ ਨੂੰ ਸਭ ਕੁਝ ਦੱਸਿਆ ਤਾਂ ਉਹ ਮੈਨੂੰ ਸਮਝਾਉਣ ਲੱਗੀ, ਹੁਣ ਤੇਰੀ ਜ਼ਿੰਦਗੀ ਇਹੀ ਹੈ ਤੇ ਤੂੰ ਆਪਣੇ ਅਤੀਤ ਨੂੰ ਭੁੱਲ ਜਾ ਤੇ ਆਪਣੇ ਜੀਵਨ ਵਿੱਚ ਅੱਗੇ ਵਧ। ਪਰ ਮੇਰੇ ਕਦਮ ਲੜਖਾਉਣ ਲੱਗਦੇ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸੀ। ਅਨਿਲ ਹੁਣ ਮੇਰੇ ਤੇ ਬਹੁਤ ਭਰੋਸਾ ਕਰਨ ਲੱਗੇ ਸੀ, ਕਿਉਂਕਿ ਮੈਂ ਵੀ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੀ ਸੀ। ਉਹ ਕੰਪਨੀ ਦੀ ਹਰ ਗੱਲ ਮੇਰੇ ਨਾਲ ਸ਼ੇਅਰ ਕਰਨ ਲੱਗੇ ਸੀ। ਇੱਕ ਦਿਨ ਮੈਂ ਉਹਨਾਂ ਦੇ ਕੈਬਨ ਦੀ ਤਰਫ ਜਾ ਰਹੀ ਸੀ। ਮੈਂ ਉਹਨਾਂ ਨੂੰ ਦੇਖ ਕੇ ਦੰਗ ਰਹਿ ਗਈ। ਉਹ ਸ਼ਾਇਦ ਕੁਝ ਸੋਚ ਰਹੇ ਸੀ ਤੇ ਦਿਲ ਹੀ ਦਿਲ ਵਿੱਚ ਮੁਸਕਰਾ ਰਹੇ ਸੀ। ਉਹਨਾਂ ਨੂੰ ਦੇਖ ਕੇ ਮੇਰੀ ਨਜ਼ਰ ਉਹਨਾਂ ਉੱਤੇ ਹੀ ਠਹਿਰ ਗਈ ਤੇ ਮੈਂ ਵੀ ਮੁਸਕਰਾਉਣ ਲੱਗੀ ਤੇ ਸੋਚਣ ਲੱਗੀ ਕਿ ਕਾਸ਼ ਜਿਵੇਂ ਮੈਂ ਸੋਚ ਰਹੀ ਹਾਂ ਉਵੇਂ ਹੀ ਹੋਵੇ। ਜੋ ਮੇਰੇ ਦਿਲ ਵਿੱਚ ਹੈ ਉਹੀ ਉਹਨਾਂ ਦੇ ਦਿਲ ਵਿੱਚ ਵੀ ਹੋਵੇ। ਮੈਂ ਉੱਥੇ ਖੜੀ ਖੁਦ ਨਾਲ ਹੀ ਗੱਲਾਂ ਕਰ ਰਹੀ ਸੀ। ਅੱਜ ਭੂਆ ਦੇ ਕੁਝ ਮਹਿਮਾਨ ਆਉਣ ਵਾਲੇ ਸੀ। ਫੁੱਫੜ ਜੀ ਨੇ ਆਪਣੇ ਕੁਝ ਫਰੈਂਡਸ ਨੂੰ ਬੁਲਾਇਆ ਸੀ। ਇਸ ਵਜ੍ਹਾ ਕਰਕੇ ਮੈਂ ਵੀ ਅੱਜ ਆਫਿਸ ਤੋਂ ਜਲਦੀ ਘਰ ਆ ਗਈ ਸੀ। ਮੈਂ ਆ ਕੇ ਦੇਖਿਆ ਤੇ ਮੇਰਾ ਮੋਬਾਈਲ ਨਹੀਂ ਸੀ।
ਭੂਆ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ, ਤੂੰ ਪਰੇਸ਼ਾਨ ਕਿਉਂ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਮੋਬਾਈਲ ਨਹੀਂ ਦਿਖ ਰਹਾ। ਤਾਂ ਮੈਨੂੰ ਕਹਿਣ ਲੱਗੀ ਕਿ ਤੂੰ ਕਾਲ ਕਰਕੇ ਦੇਖ ਲੈ। ਮੈਂ ਘਰ ਦੇ ਨੰਬਰ ਤੋਂ ਕਾਲ ਕੀਤੀ ਤਾਂ ਮੇਰਾ ਫੋਨ ਕਿਸੇ ਨੇ ਉਠਾਇਆ। ਆਵਾਜ਼ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ। ਮੈਂ ਕਿਹਾ, ਸਰ ਤੁਸੀਂ? ਅਨਿਲ ਨੇ ਦੱਸਿਆ ਕਿ ਮੈਂ ਆਪਣਾ ਮੋਬਾਈਲ ਜਲਦੀ ਵਿੱਚ ਉਹਨਾਂ ਦੇ ਕੈਬਨ ਵਿੱਚ ਹੀ ਛੱਡ ਗਈ ਸੀ। ਉਹ ਕਹਿਣ ਲੱਗੇ ਕਿ ਮੈਂ ਤੁਹਾਡਾ ਮੋਬਾਈਲ ਆਪਣੇ ਕੋਲ ਰੱਖ ਲਿਆ ਹੈ, ਤੁਸੀਂ ਕੱਲ ਆਫਿਸ ਵਿੱਚ ਆਓਗੇ ਤਾਂ ਲੈ ਲੈਣਾ। ਮੈਂ ਕਿਹਾ, ਠੀਕ ਹੈ ਸਰ, ਥੈਂਕ ਯੂ। ਉਹ ਕਹਿਣ ਲੱਗੇ ਕਿ ਇਸ ਵਿੱਚ ਥੈਂਕ ਯੂ ਦੀ ਕੀ ਗੱਲ। ਮੈਂ ਆਫਿਸ ਵਿੱਚ ਆਪਣਾ ਮੋਬਾਈਲ ਲੈਣ ਲਈ ਸਰ ਦੇ ਕੈਬਨ ਵਿੱਚ ਚਲੀ ਗਈ ਤੇ ਉਹਨਾਂ ਨੇ ਮੇਰੇ ਹੱਥ ਵਿੱਚ ਮੋਬਾਈਲ ਦੇ ਨਾਲ ਇੱਕ ਲੈਟਰ ਵੀ ਦੇ ਦਿੱਤਾ। ਮੈਂ ਦੇਖ ਕੇ ਘਬਰਾ ਗਈ ਤੇ ਬਿਨਾਂ ਕੁਝ ਕਹੇ ਜਲਦੀ ਨਾਲ ਉਹਨਾਂ ਦੇ ਕੈਬਨ ਤੋਂ ਬਾਹਰ ਆ ਗਈ। ਬਾਹਰ ਆਉਣ ਤੋਂ ਬਾਅਦ ਮੈਂ ਆਪਣੇ ਕੰਮ ਵਿੱਚ ਲੱਗ ਗਈ ਤੇ ਸੋਚਣ ਲੱਗੀ ਕਿ ਪਤਾ ਨਹੀਂ ਉਸ ਲੈਟਰ ਵਿੱਚ ਕੀ ਹੈ ਜੋ ਉਹਨਾਂ ਨੇ ਮੈਨੂੰ ਦਿੱਤਾ ਹੈ। ਜਿਵੇਂ ਤਿਵੇਂ ਸ਼ਾਮ ਹੋਈ, ਮੈਂ ਆਫਿਸ ਤੋਂ ਘਰ ਆਈ ਤਾਂ ਮੈਂ ਕਮਰੇ ਵਿੱਚ ਜਾ ਕੇ ਉਹ ਲੈਟਰ ਪੜ੍ਹਿਆ। ਉਸ ਨੂੰ ਪੜ੍ਹਨ ਤੋਂ ਬਾਅਦ ਤਾਂ ਮੇਰੇ ਪਸੀਨੇ ਛੁੱਟ ਗਏ। ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ। ਲੈਟਰ ਵਿੱਚ ਤਾਂ ਅਨਿਲ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਸੀ। ਇੱਕ ਤਰਫ ਮੈਨੂੰ ਖੁਸ਼ੀ ਹੋ ਰਹੀ ਸੀ ਕਿ ਜਿਵੇਂ ਮੈਂ ਸੋਚਿਆ ਸੀ ਉਵੇਂ ਹੀ ਹੋ ਰਿਹਾ ਹੈ, ਅਨਿਲ ਵੀ ਮੈਨੂੰ ਪਸੰਦ ਕਰਦੇ ਨੇ। ਤੇ ਦੂਸਰੀ ਤਰਫ ਮੈਨੂੰ ਆਪਣੇ ਅਤੀਤ ਦਾ ਡਰ ਵੀ ਸੀ। ਇੰਨੇ ਵਿੱਚ ਭੂਆ ਉੱਥੇ ਆ ਗਈ। ਉਹਨਾਂ ਨੇ ਮੇਰੇ ਚਿਹਰੇ ਉੱਤੇ ਪਰੇਸ਼ਾਨੀ ਦੇਖ ਲਈ ਤੇ ਮੈਨੂੰ ਪੁੱਛਣ ਲੱਗੀ, ਸੋਨਮ ਕੀ ਹੋਇਆ, ਤੂੰ ਕੁਝ ਦਿਨਾਂ ਤੋਂ ਪਰੇਸ਼ਾਨ ਲੱਗ ਰਹੀ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਅਨਿਲ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਤਾਂ ਉਹ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਇੰਨੀ ਜਿਹੀ ਗੱਲ ਹੈ ਤਾਂ ਤੂੰ ਘਬਰਾ ਕਿਉਂ ਨਹੀਂ ਹੈ। ਮੈਂ ਆਪਣੀ ਲੜਖੜਾਉਂਦੀ ਹੋਈ ਜ਼ੁਬਾਨ ਨਾਲ ਕਿਹਾ, ਤੁਹਾਨੂੰ ਤਾਂ ਪਤਾ ਹੈ ਕਿ ਮੈਂ ਵਿਆਹ ਕਿਵੇਂ। ਉਹਨਾਂ ਨੇ ਮੇਰੀ ਗੱਲ ਵਿੱਚੋਂ ਹੀ ਕੱਟ ਦਿੱਤੀ ਤੇ ਕਹਿਣ ਲੱਗੀ, ਰੱਬ ਨੇ ਤੇਰੀ ਕਿਸਮਤ ਖੋਲ ਦਿੱਤੀ ਹੈ। ਇੰਨੇ ਚੰਗੇ ਮੁੰਡੇ ਦਾ ਰਿਸ਼ਤਾ ਤੇਰੇ ਕੋਲ ਆਇਆ ਹੈ ਤੇ ਤੂੰ ਇਨਕਾਰ ਕਰ ਰਹੀ ਹੈ। ਮੈਂ ਤੇਰੇ ਫੁੱਫੜ ਜੀ ਨਾਲ ਗੱਲ ਕਰਾਂਗੀ, ਉਹ ਜ਼ਰੂਰ ਇਸ ਰਿਸ਼ਤੇ ਲਈ ਮੰਨ ਜਾਣਗੇ। ਇਹ ਕਹਿ ਕੇ ਉਹ ਉੱਥੋਂ ਚਲੀ ਗਈ ਸੀ। ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇੱਕ ਤਰਫ ਤਾਂ ਮੈਂ ਖੁਦ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਨਿਲ ਵੀ ਮੈਨੂੰ ਪਸੰਦ ਕਰਦਾ ਹੋਵੇ, ਤੇ ਹੁਣ ਜਦੋਂ ਸਭ ਕੁਝ ਮੇਰੀ ਸੋਚ ਦੇ ਅਨੁਸਾਰ ਹੋ ਰਿਹਾ ਸੀ ਤਾਂ ਮੇਰਾ ਦਿਲ ਮੰਨਣ ਨੂੰ ਵੀ ਤਿਆਰ ਨਹੀਂ ਸੀ। ਕੁਝ ਦਿਨਾਂ ਬਾਅਦ ਅਨਿਲ ਮੇਰਾ ਹੱਥ ਮੰਗਣ ਮੇਰੇ ਘਰ ਆਇਆ। ਉਹਨਾਂ ਨੇ ਖੁਦ ਫੁੱਫੜ ਜੀ ਨਾਲ ਸਾਡੇ ਵਿਆਹ ਦੀ ਗੱਲ ਕੀਤੀ। ਕਹਿਣ ਲੱਗੇ ਕਿ ਮੈਂ ਬਹੁਤ ਸ਼ਰਮਿੰਦਾ ਹਾਂ, ਮੈਨੂੰ ਖੁਦ ਆਪਣੇ ਵਿਆਹ ਦੀ ਗੱਲ ਕਰਨ ਦੇ ਲਈ ਆਉਣਾ ਪਿਆ, ਪਰ ਮੈਂ ਮਜਬੂਰ ਹਾਂ ਕਿਉਂਕਿ ਮੇਰੇ ਮਾਤਾ ਪਿਤਾ ਇੱਥੇ ਨਹੀਂ ਰਹਿੰਦੇ। ਭੂਆ ਤੇ ਫੁੱਫੜ ਜੀ ਨੂੰ ਤਾਂ ਅਨਿਲ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਫੌਰਨ ਵਿਆਹ ਦੇ ਲਈ ਹਾਂ ਕਰ ਦਿੱਤੀ। ਪਰ ਮੇਰੇ ਦਿਲ ਵਿੱਚ ਹਜੇ ਵੀ ਕਿਤੇ ਨਾ ਕਿਤੇ ਇੱਕ ਡਰ ਲੁਕਿਆ ਹੋਇਆ ਸੀ। ਇਸ ਵਜ੍ਹਾ ਕਰਕੇ ਮੈਂ ਵਿਆਹ ਦੇ ਲਈ ਮਨਾ ਕਰ ਦਿੱਤਾ ਤੇ ਮੈਨੂੰ ਮੇਰੇ ਭੂਆ ਤੇ ਫੁੱਫੜ ਨੇ ਸਮਝਾਇਆ ਤੇ ਇਸ ਰਿਸ਼ਤੇ ਦੇ ਲਈ ਤਿਆਰ ਕਰ ਲਿਆ। ਹੁਣ ਘਰ ਵਿੱਚ ਵਿਆਹ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਸੀ, ਪਰ ਮੇਰਾ ਦਿਲ ਕੰਬ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਕਿਤੇ ਮੇਰਾ ਅਤੀਤ ਅਨਿਲ ਦੇ ਸਾਹਮਣੇ ਆ ਗਿਆ ਤਾਂ। ਖੈਰ, ਮੈਂ ਵੀ ਵਿਆਹ ਦੀ ਹਲਚਲ ਵਿੱਚ ਖੋ ਗਈ ਤੇ ਆਪਣੀ ਮੁਹੱਬਤ ਨੂੰ ਆਪਣੇ ਕਿਸਮਤ ਵਿੱਚ ਲਿਖਾ ਦੇਖ ਕੇ ਸਭ ਕੁਝ ਭੁੱਲ ਗਈ। ਅਨਿਲ ਦੀ ਮੁਹੱਬਤ ਨੇ ਮੇਰੇ ਅਤੀਤ ਨੂੰ ਭੁਲਾ ਦਿੱਤਾ ਸੀ। ਸਾਡੇ ਵਿਆਹ ਦੀ ਤਾਰੀਖ ਤੈਅ ਹੋ ਗਈ। ਮੇਰਾ ਤੇ ਅਨਿਲ ਦਾ ਇਸ ਤਰ੍ਹਾਂ ਅਚਾਨਕ ਵਿਆਹ ਹੋ ਜਾਵੇਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ। ਦੇਖਦੇ ਹੀ ਦੇਖਦੇ ਮੇਰੇ ਵਿਆਹ ਦਾ ਦਿਨ ਆ ਗਿਆ ਤੇ ਮੈਂ ਦੁਲਹਨ ਬਣ ਕੇ ਅਨਿਲ ਦੇ ਨਾਲ ਉਸਦੇ ਘਰ ਚਲੀ ਗਈ। ਇੱਥੇ ਸਭ ਕੁਝ ਮੇਰੇ ਸੁਪਨੇ ਵਰਗਾ ਸੀ। ਇੰਨੇ ਵੱਡੇ ਘਰ ਦੀ ਮੈਂ ਇਕੱਲੀ ਮਾਲਕਨ ਸੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਉੱਤੇ ਹੀ ਸੀ। ਹੁਣ ਮੈਂ ਅਨਿਲ ਦੇ ਘਰ ਨੂੰ ਸੰਭਾਲਣਾ ਸੀ। ਅਨਿਲ ਵੀ ਮੇਰੇ ਉੱਤੇ ਅੱਖ ਬੰਦ ਕਰਕੇ ਭਰੋਸਾ ਕਰਦੇ ਸੀ। ਵਿਆਹ ਦੀ ਰਾਤ ਮੈਂ ਅਨਿਲ ਤੋਂ ਇੱਕ ਵਾਅਦਾ ਲਿਆ ਸੀ ਤੇ ਅਨਿਲ ਨੇ ਵੀ ਆਪਣੀ ਸੱਚੀ ਮੁਹੱਬਤ ਦੇ ਨਾਲ ਆਖਰੀ ਹੱਦ ਤੱਕ ਇਸ ਵਾਅਦੇ ਨੂੰ ਨਿਭਾਇਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਇੱਕ ਅਜਿਹਾ ਵੀ ਮੋੜ ਆਵੇਗਾ ਕਿ ਅਨਿਲ ਤੇ ਮੇਰੀ ਮੁਹੱਬਤ ਕਮਜ਼ੋਰ ਪੈ ਜਾਵੇਗੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਇੱਕ ਰਾਤ ਜਦੋਂ ਅਸੀਂ ਖਾਣਾ ਖਾ ਰਹੇ ਸੀ ਤਾਂ ਅਨਿਲ ਨੇ ਮੈਨੂੰ ਕਿਹਾ, ਸੋਨਮ, ਕੰਪਨੀ ਦੀ ਤਰਫ ਤੋਂ ਮੈਨੂੰ 2 ਮਹੀਨਿਆਂ ਦੀ ਛੁੱਟੀ ਮਿਲੀ ਹੈ। ਅਸੀਂ ਕਿਤੇ ਘੁੰਮਣ ਚੱਲਦੇ ਹਾਂ। ਦੱਸ, ਤੂੰ ਕਿੱਥੇ ਜਾਣਾ ਪਸੰਦ ਕਰੇਂਗੀ? ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ। ਮੈਂ ਕਿਹਾ, ਅਨਿਲ, ਕਿ ਤੁਸੀਂ ਸੱਚ ਕਹਿ ਰਹੇ ਹੋ?
ਉਹਨਾਂ ਨੇ ਕਿਹਾ, ਹਾਂ ਹਾਂ ਬਿਲਕੁਲ। ਮੈਂ ਕਿਹਾ, ਤਾਂ ਠੀਕ ਹੈ, ਫਿਰ ਅਸੀਂ ਤੁਹਾਡੇ ਮਾਤਾ ਪਿਤਾ ਦੇ ਕੋਲ ਚੱਲਦੇ ਹਾਂ। ਮੈਂ ਅੱਜ ਤੱਕ ਉਹਨਾਂ ਨੂੰ ਨਹੀਂ ਮਿਲੀ। ਇਹ ਗੱਲ ਸੁਣ ਕੇ ਅਨਿਲ ਬਹੁਤ ਜ਼ਿਆਦਾ ਖੁਸ਼ ਹੋਏ। ਕਹਿਣ ਲੱਗੇ ਕਿ ਤੂੰ ਤਾਂ ਮੇਰਾ ਦਿਲ ਜਿੱਤ ਲਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਪਿੰਡ ਵਿੱਚ ਰਹਿੰਦੇ ਨੇ ਤੇ ਉਹ ਬਹੁਤ ਚੰਗੇ ਨੇ। ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ, ਇਸ ਲਈ ਉਹਨਾਂ ਨੇ ਬਚਪਨ ਵਿੱਚ ਹੀ ਮੈਨੂੰ ਪੜ੍ਹਨ ਦੇ ਲਈ ਸ਼ਹਿਰ ਭੇਜ ਦਿੱਤਾ ਸੀ। ਮੈਨੂੰ ਇਹ ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਮਿਲੇ ਹੋਏ, ਪਰ ਮੇਰੀ ਉਹਨਾਂ ਨਾਲ ਫੋਨ ਉੱਤੇ ਗੱਲ ਹੁੰਦੀ ਰਹਿੰਦੀ ਹੈ। ਸਾਡੇ ਵਿਆਹ ਦੇ ਬਾਰੇ ਵਿੱਚ ਵੀ ਮੈਂ ਉਹਨਾਂ ਨੂੰ ਫੋਨ ਉੱਤੇ ਹੀ ਦੱਸਿਆ ਸੀ ਤੇ ਉਹ ਸੁਣ ਕੇ ਬਹੁਤ ਖੁਸ਼ ਹੋਏ ਤੇ ਹੁਣ ਉਹ ਸਾਨੂੰ ਦੋਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਣਗੇ। ਮੈਂ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਅਨਿਲ ਨੇ ਟ੍ਰੇਨ ਦੀ ਟਿਕਟ ਕਰਾ ਲਈ। ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਆਦਮੀ ਖੜਾ ਸੀ। ਉਸਨੇ ਮੈਨੂੰ ਕਿਹਾ ਕਿ ਇਹ ਟਿਕਟ ਹੈ, ਅਨਿਲ ਸਰ ਨੇ ਭੇਜੀ ਹੈ। ਮੈਂ ਉਸ ਤੋਂ ਟਿਕਟ ਲੈ ਲਈ ਤੇ ਅੰਦਰ ਆ ਗਈ। ਜਦੋਂ ਮੈਂ ਉਹ ਟਿਕਟ ਦੇਖੀ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਮੈਂ ਬਹੁਤ ਜ਼ਿਆਦਾ ਘਬਰਾਉਣ ਲੱਗੀ। ਇੰਨੀ ਦੇਰ ਵਿੱਚ ਅਨਿਲ ਆ ਗਏ। ਉਹ ਮੈਨੂੰ ਦੇਖ ਕੇ ਬੋਲੇ ਕਿ ਸੋਨਮ ਕਿੱਥੇ ਗੁੰਮ ਹੋ ਗਈ ਹੈ, ਸਭ ਠੀਕ ਤਾਂ ਹੈ? ਮੈਂ ਉਹਨਾਂ ਨੂੰ ਕਿਹਾ ਕਿ ਹਾਂ ਸਭ ਠੀਕ ਹੈ। ਮੈਂ ਆਪਣੇ ਚਿਹਰੇ ਤੋਂ ਪਸੀਨਾ ਸਾਫ਼ ਕਰਦੇ ਹੋਏ ਉਹਨਾਂ ਨੂੰ ਬੋਲੀ ਕਿ ਅਨਿਲ, ਅਸੀਂ ਕੁਝ ਦਿਨਾਂ ਬਾਅਦ ਨਹੀਂ ਚੱਲ ਸਕਦੇ, ਹਜੇ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ। ਅਨਿਲ ਮੇਰੇ ਲਈ ਪਰੇਸ਼ਾਨ ਹੋ ਗਏ ਤੇ ਮੈਨੂੰ ਕਹਿਣ ਲੱਗੇ, ਚਲੋ ਅਸੀਂ ਡਾਕਟਰ ਦੇ ਕੋਲ ਚੱਲਦੇ ਹਾਂ। ਮੈਂ ਕਿਹਾ, ਬਸ ਥੋੜੀ ਜਿਹੀ ਥਕਾਨ ਮਹਿਸੂਸ ਹੋ ਰਹੀ ਹੈ, ਆਰਾਮ ਕਰ ਲਵਾਂਗੀ ਤਾਂ ਠੀਕ ਹੋ ਜਾਵਾਂਗੀ। ਅਨਿਲ ਨੇ ਮੇਰੇ ਲਈ ਚਾਹ ਬਣਾਈ ਤੇ ਮੈਨੂੰ ਦਵਾਈ ਦਿੱਤੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ। ਮੈਂ ਸੋਚ ਵਿੱਚ ਪੈ ਗਈ ਸੀ। ਮੇਰੇ ਦਿਮਾਗ ਵਿੱਚ ਹਜ਼ਾਰਾਂ ਸਵਾਲ ਚੱਲ ਰਹੇ ਸੀ। ਮੈਂ ਭੂਆ ਦਾ ਨੰਬਰ ਲਗਾਇਆ ਤਾਂ ਭੂਆ ਦਾ ਨੰਬਰ ਵੀ ਨਹੀਂ ਲੱਗ ਰਿਹਾ ਸੀ। ਹੁਣ ਮੈਂ ਸੋਚ ਰਹੀ ਸੀ ਕਿ ਮੈਂ ਅਨਿਲ ਨੂੰ ਕਿਵੇਂ ਮਨਾ ਕਰਾਂਗੀ। ਆਖਿਰ ਮੈਂ ਹੀ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਮਾਤਾ ਪਿਤਾ ਨੂੰ ਮਿਲਣ ਚੱਲਦੇ ਹਾਂ। ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਜਿਵੇਂ ਮੈਂ ਸੋਚ ਰਹੀ ਹਾਂ ਉਵੇਂ ਕੁਝ ਵੀ ਨਾ ਹੋਵੇ, ਇਹ ਸਭ ਮੇਰਾ ਵਹਿਮ ਹੋਵੇ। ਮੈਂ ਜਾਣ ਦੇ ਲਈ ਪੈਕਿੰਗ ਸ਼ੁਰੂ ਕਰ ਦਿੱਤੀ। ਅਨਿਲ ਬਹੁਤ ਜ਼ਿਆਦਾ ਖੁਸ਼ ਸੀ, ਪਰ ਮੇਰਾ ਦਿਲ ਪੂਰੇ ਰਸਤੇ ਪਰੇਸ਼ਾਨ ਰਹਾ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਅਨਿਲ ਨੂੰ ਕਿਵੇਂ ਦੱਸਾਂ ਟ੍ਰੇਨ ਦਾ ਇਹ ਸਫ਼ਰ ਮੈਨੂੰ ਕਿਸ ਮੰਜ਼ਿਲ ਤੱਕ ਲੈ ਜਾਵੇਗਾ। ਮੈਨੂੰ ਨਹੀਂ ਪਤਾ ਸੀ, ਮੈਂ ਨਹੀਂ ਜਾਣਦੀ ਸੀ ਹੁਣ ਇਹ ਸਫ਼ਰ ਕਿੱਥੇ ਖਤਮ ਹੋਵੇਗਾ। ਜਿਵੇਂ ਹੀ ਟ੍ਰੇਨ ਰੁਕੀ ਤੇ ਅਸੀਂ ਟ੍ਰੇਨ ਵਿੱਚ ਉਤਰੇ, ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਤੇ ਮੈਨੂੰ ਚੱਕਰ ਆਉਣ ਲੱਗੇ। ਅਨਿਲ ਨੇ ਮੈਨੂੰ ਸੰਭਾਲਿਆ ਤੇ ਉੱਥੇ ਹੀ ਸਟੇਸ਼ਨ ਉੱਤੇ ਬਿਠਾ ਦਿੱਤਾ। ਉਹਨਾਂ ਨੇ ਮੈਨੂੰ ਜੂਸ ਪਿਲਾਇਆ ਤੇ ਕਹਿਣ ਲੱਗੇ, ਤੇਰੀ ਸੱਚਮੁੱਚ ਤਬੀਅਤ ਠੀਕ ਨਹੀਂ ਹੈ। ਮੈਨੂੰ ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ ਤੇ ਕੁਝ ਦਿਨ ਰੁਕ ਜਾਣਾ ਚਾਹੀਦਾ ਸੀ, ਪਰ ਫਿਰ ਮੈਨੂੰ ਛੁੱਟੀ ਨਹੀਂ ਮਿਲਣੀ ਸੀ। ਮੈਂ ਕਿਹਾ, ਅਜਿਹੀ ਕੋਈ ਗੱਲ ਨਹੀਂ ਹੈ, ਮੈਂ ਠੀਕ ਹਾਂ। ਮੈਂ ਬਹੁਤ ਮੁਸ਼ਕਿਲ ਨਾਲ ਖੁਦ ਨੂੰ ਸਮਝਾਇਆ। ਮੈਂ ਤੇ ਅਨਿਲ ਸਟੇਸ਼ਨ ਤੋਂ ਪਿੰਡ ਵੱਲ ਚੱਲ ਪਏ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ, ਜਿਵੇਂ ਮੇਰੇ ਕਦਮ ਅੱਗੇ ਵਧਣ ਨੂੰ ਤਿਆਰ ਹੀ ਨਹੀਂ ਸੀ। ਜਿਵੇਂ-ਜਿਵੇਂ ਅਸੀਂ ਅਨਿਲ ਦੇ ਘਰ ਦੀ ਤਰਫ ਜਾ ਰਹੇ ਸੀ, ਮੇਰਾ ਦਿਲ ਬਹੁਤ ਬੇਚੈਨ ਹੋ ਰਿਹਾ ਸੀ। ਅਸੀਂ ਜਿਵੇਂ ਹੀ ਉਹਨਾਂ ਦੇ ਘਰ ਦੇ ਦਰਵਾਜ਼ੇ ਉੱਤੇ ਪਹੁੰਚੇ, ਡਰ ਦੀ ਵਜ੍ਹਾ ਨਾਲ ਮੇਰੇ ਪਸੀਨੇ ਛੁੱਟਣ ਲੱਗੇ। ਪਤਾ ਨਹੀਂ ਮੇਰੀ ਕਿਸਮਤ ਮੇਰੇ ਨਾਲ ਕੀ ਖੇਲ ਖੇਲ ਰਹੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਜਿਵੇਂ ਹੀ ਘਰ ਦਾ ਦਰਵਾਜ਼ਾ ਖੁੱਲ੍ਹਿਆ, ਮੇਰੇ ਰੌਂਗਟੇ ਖੜੇ ਹੋ ਗਏ। ਅੰਦਰ ਇੱਕ ਬੁੱਢਾ ਆਦਮੀ ਸੀ। ਮੈਂ ਜਲਦੀ ਨਾਲ ਆਪਣਾ ਚਿਹਰਾ ਕਵਰ ਕਰ ਲਿਆ, ਖੰਘਣ ਦਾ ਨਾਟਕ ਕਰਨ ਲੱਗੀ। ਅਨਿਲ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ। ਮੈਂ ਕਿਹਾ ਕਿ ਕੁਝ ਨਹੀਂ, ਅਸਲ ਵਿੱਚ ਮੈਨੂੰ ਬਚਪਨ ਤੋਂ ਹੀ ਧੂੜ ਮਿੱਟੀ ਤੋਂ ਐਲਰਜੀ ਹੈ ਤੇ ਇੱਥੇ ਪਿੰਡ ਵਿੱਚ ਧੂੜ ਮਿੱਟੀ ਬਹੁਤ ਜ਼ਿਆਦਾ ਹੈ, ਇਸ ਲਈ ਮੈਨੂੰ ਇੱਥੇ ਆਪਣਾ ਫੇਸ ਕਵਰ ਕਰਕੇ ਰੱਖਣਾ ਪਵੇਗਾ। ਅਨਿਲ ਬੋਲੇ, ਚਲੋ ਠੀਕ ਹੈ, ਅੰਦਰ ਆ ਜਾਓ। ਅਨਿਲ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਬਹੁਤ ਖੁਸ਼ ਸੀ। ਉਹਨਾਂ ਨੇ ਉਸ ਨੂੰ ਗਲੇ ਲਗਾਇਆ ਤੇ ਪਿਆਰ ਕਰਨ ਲੱਗੇ। ਅੰਦਰ ਇੱਕ ਬੁੱਢੀ ਔਰਤ ਸੀ ਜੋ ਕਿ ਅਨਿਲ ਦੀ ਮਾਂ ਸੀ। ਉਹਨਾਂ ਨੂੰ ਦੇਖ ਕੇ ਵੀ ਮੈਂ ਦੰਗ ਰਹਿ ਗਈ। ਮੈਂ ਆਪਣਾ ਫੇਸ ਚੰਗੀ ਤਰ੍ਹਾਂ ਢੱਕ ਲਿਆ। ਅਨਿਲ ਨੇ ਸਭ ਨੂੰ ਮੇਰੀ ਐਲਰਜੀ ਦੇ ਬਾਰੇ ਦੱਸ ਦਿੱਤਾ। ਅਨਿਲ ਦੀ ਭੈਣ ਮੈਨੂੰ ਘੂਰ-ਘੂਰ ਕੇ ਦੇਖ ਰਹੀ ਸੀ ਤੇ ਮੈਨੂੰ ਅਜੀਬ ਤਰੀਕੇ ਨਾਲ ਕਹਿਣ ਲੱਗੀ ਕਿ ਲੱਗਦਾ ਹੈ ਭਾਬੀ ਤਾਂ ਬਹੁਤ ਜ਼ਿਆਦਾ ਖੂਬਸੂਰਤ ਹੈ, ਇਸ ਵਜ੍ਹਾ ਨਾਲ ਉਹ ਸਾਨੂੰ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੀ। ਇਸ ਗੱਲ ਉੱਤੇ ਸਾਰੇ ਲੋਕ ਹੱਸਣ ਲੱਗੇ। ਫਿਰ ਉਹ ਕਹਿਣ ਲੱਗੀ ਕਿ ਮੈਂ ਤਾਂ ਮਜ਼ਾਕ ਕਰ ਰਹੀ ਸੀ,
ਫਿਰ ਅਸੀਂ ਸਾਰੇ ਲੋਕਾਂ ਨੇ ਮਿਲ ਕੇ ਖਾਣਾ ਖਾਧਾ। ਅਨਿਲ ਵੀ ਸਾਲਾਂ ਬਾਅਦ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਹੋ ਰਹੇ ਸੀ, ਪਰ ਮੈਂ ਘਬਰਾਈ ਤੇ ਸਹਿਮੀ ਹੋਈ ਬੈਠੀ ਸੀ। ਖਾਣੇ ਦੀ ਟੇਬਲ ਉੱਤੇ ਸਾਰੇ ਲੋਕ ਹਾਸੀ ਮਜ਼ਾਕ ਕਰ ਰਹੇ ਸੀ। ਅਨਿਲ ਨੇ ਪੁੱਛਿਆ ਕਿ ਵਿਕਰਾਂਤ ਕਿੱਥੇ ਹੈ। ਜਦੋਂ ਦਾ ਮੈਂ ਆਇਆ ਹਾਂ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਮੈਨੂੰ ਸਦਮਾ ਲੱਗਾ ਤੇ ਮੇਰੇ ਹੱਥ ਵਿੱਚੋਂ ਖਾਣੇ ਦੀ ਪਲੇਟ ਛੁੱਟ ਕੇ ਗਿਰ ਗਈ। ਮੈਨੂੰ ਦੇਖਦੇ ਹੀ ਅਨਿਲ ਦੀ ਭੈਣ ਬੋਲੀ, ਲੱਗਦਾ ਹੈ ਭਾਬੀ ਆਪਣੇ ਦਿਓਰ ਦਾ ਨਾਮ ਸੁਣ ਕੇ ਚੌਂਕ ਗਈ। ਅਨਿਲ ਦੀ ਮਾਂ ਕਹਿਣ ਲੱਗੀ ਕਿ ਬਸ ਵੀ ਕਰੋ ਅੰਜਲੀ, ਜਦੋਂ ਦੀ ਤੇਰੀ ਭਾਬੀ ਆਈ ਹੈ ਤੂੰ ਤਾਂ ਉਸ ਦੇ ਪਿੱਛੇ ਹੀ ਪੈ ਗਈ ਹੈ। ਉਹ ਕਹਿਣ ਲੱਗੀ ਕਿ ਮਾਂ ਮੈਂ ਤਾਂ ਸਿਰਫ ਮਜ਼ਾਕ ਕਰ ਰਹੀ ਸੀ। ਅਨਿਲ ਦੇ ਪਿਤਾ ਨੇ ਦੱਸਿਆ ਕਿ ਵਿਕਰਾਂਤ ਕੁਝ ਕੰਮ ਦੇ ਲਈ ਪਿੰਡ ਤੋਂ ਬਾਹਰ ਗਿਆ ਹੋਇਆ ਹੈ। ਉਸ ਦਾ ਵੀ ਵਿਆਹ ਹੋ ਗਿਆ ਹੈ। ਕੁਝ ਦਿਨਾਂ ਵਿੱਚ ਉਹ ਵਾਪਸ ਆ ਜਾਵੇਗਾ। ਆਪਣੀ ਪਤਨੀ ਨੂੰ ਵੀ ਨਾਲ ਹੀ ਲੈ ਗਿਆ ਹੈ ਤਾਂ ਜੋ ਉਸ ਦੀ ਵੀ ਥੋੜੀ ਸੈਰ ਹੋ ਜਾਵੇ। ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੇ ਚਿਹਰੇ ਤੋਂ ਆਪਣਾ ਮਾਸਕ ਹਟਾ ਦਿੱਤਾ। ਆਪਣੇ ਆਪ ਨੂੰ ਮੈਂ ਸ਼ੀਸ਼ੇ ਵਿੱਚ ਦੇਖਣ ਲੱਗੀ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਸੀ। ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ। ਇੰਨੀ ਦੇਰ ਵਿੱਚ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਜਲਦੀ ਨਾਲ ਆਪਣਾ ਮਾਸਕ ਲਗਾ ਲਿਆ। ਦਰਵਾਜ਼ੇ ਉੱਤੇ ਅਨਿਲ ਸੀ। ਉਹ ਮੈਨੂੰ ਆਪਣੇ ਪਰਿਵਾਰ ਦੇ ਬਾਰੇ ਦੱਸਣ ਲੱਗੇ। ਆਪਣੇ ਪਰਿਵਾਰ ਨਾਲ ਮਿਲ ਕੇ ਉਹ ਮੈਨੂੰ ਬਹੁਤ ਖੁਸ਼ ਲੱਗ ਰਹੇ ਸੀ। ਪਤਾ ਨਹੀਂ ਮੇਰੀ ਕਿਸਮਤ ਵਿੱਚ ਅੱਗੇ ਕੀ ਲਿਖਿਆ ਸੀ। ਮੈਂ ਉਹਨਾਂ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਮੈਂ ਅਨਿਲ ਨੂੰ ਖੋਣ ਤੋਂ ਡਰਦੀ ਸੀ। ਮੈਂ ਸੋਚ ਰਹੀ ਸੀ ਕਿ ਅਨਿਲ ਸਭ ਜਾਣਨ ਤੋਂ ਬਾਅਦ ਕਿਤੇ ਮੈਨੂੰ ਛੱਡ ਨਾ ਦੇਣ। ਮੈਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਤੇ ਸਭ ਨੂੰ ਖੰਘ ਕੇ ਦਿਖਾਉਂਦੀ ਸੀ ਤਾਂ ਜੋ ਕੋਈ ਮੇਰਾ ਚਿਹਰਾ ਦੇਖਣ ਦੀ ਜਿੱਦ ਨਾ ਕਰੇ। ਵਿਕਰਾਂਤ ਵੀ ਅੱਜ ਵਾਪਸ ਆਉਣ ਵਾਲਾ ਸੀ। ਇਹੀ ਸੋਚ ਕੇ ਮੇਰਾ ਦਿਲ ਘਬਰਾ ਰਿਹਾ ਸੀ। ਮੈਂ ਸਦਮੇ ਵਿੱਚ ਸੀ। ਆਪਣੇ ਡਰਾਵਨੇ ਅਤੀਤ ਦੇ ਬਾਰੇ ਸੋਚ ਰਹੀ ਸੀ। ਮੈਂ ਦਿਲ ਹੀ ਦਿਲ ਵਿੱਚ ਉਲਝਣ ਵਿੱਚ ਪੈ ਰਹੀ ਸੀ। ਪਰ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਸੀ ਮੈਨੂੰ ਮੇਰੀ ਨਨਦ ਦਾ ਵਿਵਹਾਰ ਬਹੁਤ ਅਜੀਬ ਲੱਗ ਰਿਹਾ ਸੀ। ਉਹ ਹਮੇਸ਼ਾ ਹੀ ਮੈਨੂੰ ਕੁਝ ਨਾ ਕੁਝ ਕਹਿੰਦੀ ਰਹਿੰਦੀ ਸੀ ਤੇ ਫਿਰ ਮਜ਼ਾਕ ਦਾ ਬਹਾਨਾ ਬਣਾ ਲੈਂਦੀ। ਜਦੋਂ ਵਿਕਰਾਂਤ ਦੇ ਆਉਣ ਦਾ ਸਮਾਂ ਹੋਇਆ ਤਾਂ ਮੈਂ ਬੁਖਾਰ ਦਾ ਬਹਾਨਾ ਬਣਾ ਕੇ ਆਪਣੇ ਕਮਰੇ ਵਿੱਚ ਕੰਬਲ ਲੈ ਕੇ ਸੌਂ ਗਈ। ਸਾਰੇ ਲੋਕ ਬਹੁਤ ਖੁਸ਼ ਸੀ। ਵਿਕਰਾਂਤ ਤੇ ਉਸ ਦੀ ਪਤਨੀ ਘਰ ਆ ਗਏ ਸੀ। ਉਹ ਸਭ ਨੂੰ ਮਿਲੇ। ਅਨਿਲ ਨੇ ਉਸ ਨੂੰ ਮੇਰੇ ਬਾਰੇ ਦੱਸਿਆ। ਉਹ ਤੇ ਉਸ ਦੀ ਪਤਨੀ ਮੇਰੇ ਕਮਰੇ ਵਿੱਚ ਆਏ, ਪਰ ਮੈਂ ਕੰਬਲ ਲੈ ਕੇ ਪਈ ਸੀ ਤੇ ਸੌਣ ਦਾ ਨਾਟਕ ਕਰਨ ਲੱਗੀ। ਅਨਿਲ ਨੇ ਕਿਹਾ, ਇਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਕੱਲ੍ਹ ਹੀ ਮੈਂ ਇਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਵਾਂਗਾ। ਵਿਕਰਾਂਤ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਭਾਬੀ ਨੂੰ ਆਰਾਮ ਕਰਨ ਦਿਓ, ਅਸੀਂ ਭਾਬੀ ਨੂੰ ਬਾਅਦ ਵਿੱਚ ਮਿਲ ਲਵਾਂਗੇ। ਜਿਵੇਂ ਤਿਵੇਂ ਮੈਂ ਆਪਣੇ ਚਿਹਰੇ ਉੱਤੇ ਮਾਸਕ ਲਗਾ ਕੇ ਇੱਥੇ ਰਹਿ ਰਹੀ ਸੀ, ਪਰ ਵਿਕਰਾਂਤ ਦੇ ਸਾਹਮਣੇ ਆਉਣ ਤੋਂ ਮੈਨੂੰ ਡਰ ਲੱਗ ਰਿਹਾ ਸੀ। ਜਦ ਉਹ ਘਰ ਵਿੱਚ ਨਹੀਂ ਹੁੰਦਾ ਸੀ ਤਾਂ ਮੈਂ ਆਪਣਾ ਫੇਸ ਕਵਰ ਕਰਕੇ ਸਭ ਪਰਿਵਾਰ ਵਾਲਿਆਂ ਦੇ ਨਾਲ ਰਹਿੰਦੀ ਸੀ, ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਮੈਂ ਕਮਰੇ ਵਿੱਚ ਚਲੀ ਜਾਂਦੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਆਪਣੀ ਜ਼ਿੰਦਗੀ ਦੇ ਖਤਰਨਾਕ ਅਤੀਤ ਦੇ ਬਾਰੇ ਵਿੱਚ ਸੋਚ ਰਹੀ ਸੀ ਤੇ ਦੂਸਰੀ ਤਰਫ ਮੈਂ ਸੋਚ ਰਹੀ ਸੀ ਤੇ ਵਿਕਰਾਂਤ ਦੀ ਪਤਨੀ ਕਿੰਨੀ ਖੂਬਸੂਰਤ ਹੈ ਤੇ ਆਦਤ ਦੀ ਵੀ ਬਹੁਤ ਚੰਗੀ ਹੈ। ਅਚਾਨਕ ਮੇਰੀ ਨਨਦ ਮੇਰੇ ਕਮਰੇ ਵਿੱਚ ਆ ਗਈ। ਮੈਂ ਜਲਦੀ ਨਾਲ ਆਪਣਾ ਚਿਹਰਾ ਛੁਪਾਇਆ ਤੇ ਖੰਘਣ ਲੱਗੀ। ਉਹ ਕਹਿਣ ਲੱਗੀ ਕਿ ਤੁਹਾਨੂੰ ਡਰ ਹੈ, ਵਿਕਰਾਂਤ ਵੀਰ ਦੀ ਪਤਨੀ ਤੁਹਾਡੇ ਤੋਂ ਜ਼ਿਆਦਾ ਖੂਬਸੂਰਤ ਹੈ, ਇਸ ਲਈ ਸ਼ਾਇਦ ਤੁਸੀਂ ਆਪਣਾ ਚਿਹਰਾ ਨਹੀਂ ਦਿਖਾਉਂਦੇ। ਪਤਾ ਨਹੀਂ ਉਹ ਮੈਨੂੰ ਇਸ ਤਰੀਕੇ ਦੀਆਂ ਗੱਲਾਂ ਕਿਉਂ ਕਹਿੰਦੀ ਰਹਿੰਦੀ ਸੀ। ਮੈਂ ਉਸ ਨੂੰ ਕਿਹਾ ਕਿ ਨਹੀਂ, ਅਜਿਹੀ ਕੋਈ ਗੱਲ ਨਹੀਂ, ਕੁਝ ਦਿਨਾਂ ਵਿੱਚ ਮੇਰੀ ਦਵਾਈ ਦਾ ਕੋਰਸ ਕੰਪਲੀਟ ਹੋ ਜਾਵੇਗਾ ਤੇ ਮੇਰੀ ਐਲਰਜੀ ਖਤਮ ਹੋ ਜਾਵੇਗੀ। ਫਿਰ ਮੈਂ ਆਪਣਾ ਫੇਸ ਕਵਰ ਕਰਨਾ ਬੰਦ ਕਰ ਦੇਵਾਂਗੀ। ਫਿਲਹਾਲ ਤਾਂ ਮੈਂ ਉਸ ਨੂੰ ਇਹ ਗੱਲ ਕਹਿ ਕੇ ਟਾਲ ਦਿੱਤਾ, ਪਰ ਉਸ ਦੀ ਗੱਲ ਨੇ ਮੈਨੂੰ ਸੋਚ ਵਿੱਚ ਪਾ ਦਿੱਤਾ। ਮੈਂ ਸੋਚ ਰਹੀ ਸੀ ਉਸ ਨੂੰ ਮੇਰੀ ਸੱਚਾਈ ਤਾਂ ਪਤਾ ਨਹੀਂ ਚੱਲ ਗਈ। ਇੰਨੇ ਵਿੱਚ ਅਨਿਲ ਆ ਗਏ ਤੇ ਮੈਨੂੰ ਪੁੱਛਣ ਲੱਗੇ, ਤੇਰੀ ਤਬੀਅਤ ਹੁਣ ਕਿਵੇਂ ਹੈ? ਮੈਂ ਕਿਹਾ ਕਿ ਹੁਣ ਤਾਂ ਠੀਕ ਹੈ, ਬਸ ਕੁਝ ਦਿਨਾਂ ਦੀ ਗੱਲ ਹੈ, ਫਿਰ ਮੇਰੀ ਐਲਰਜੀ ਠੀਕ ਹੋ ਜਾਵੇਗੀ। ਉਹ ਮੈਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੇ ਸੀ, ਇਸ ਲਈ ਮੇਰੀ ਹਰ ਗੱਲ ਅੱਖ ਬੰਦ ਕਰਕੇ ਮੰਨ ਲੈਂਦੇ ਸੀ। ਇੱਕ ਦਿਨ ਅਨਿਲ ਮੈਨੂੰ ਕਹਿਣ ਲੱਗੇ, ਵਿਕਰਾਂਤ ਮੈਨੂੰ ਸ਼ਿਕਾਇਤ ਕਰ ਰਿਹਾ ਸੀ, ਕਹਿ ਰਿਹਾ ਸੀ ਤੂੰ ਬਹੁਤ ਅਜੀਬ ਹੈ, ਆਪਣੀ ਪਤਨੀ ਨੂੰ ਆਪਣੇ ਭਰਾ ਨਾਲ
ਹੁਣ ਤੱਕ ਨਹੀਂ ਮਿਲਵਾਇਆ। ਉਹਨਾਂ ਦੀ ਇਹ ਗੱਲ ਸੁਣ ਕੇ ਤਾਂ ਮੈਂ ਹੋਰ ਜ਼ਿਆਦਾ ਡਰਨ ਲੱਗੀ ਸੀ। ਮੈਂ ਭੂਆ ਦਾ ਨੰਬਰ ਲਗਾਇਆ ਪਰ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ ਸੀ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੇਰੇ ਅਤੀਤ ਦਾ ਐਵੇਂ ਅਚਾਨਕ ਮੇਰੇ ਸਾਹਮਣੇ ਆ ਜਾਣਾ, ਕਿਸਮਤ ਦਾ ਕਿਹੜਾ ਖੇਲ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ। ਮੈਂ ਪਰਿਵਾਰ ਵਾਲਿਆਂ ਤੋਂ ਵੀ ਛੁਪ ਕੇ ਰਹਿ ਰਹੀ ਸੀ। ਵਿਕਰਾਂਤ ਦੇ ਸਾਹਮਣੇ ਆਉਣ ਬਾਰੇ ਸੋਚ ਕੇ ਤਾਂ ਮੈਂ ਭੱਜ ਜਾਂਦੀ ਸੀ। ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਦਾ ਸੀ। ਉਦੋਂ ਕੀ ਹੋਵੇਗਾ ਨਹੀਂ ਜਾਣਦੀ ਸੀ। ਕਿਸਮਤ ਨੇ ਕਿਉਂ ਮੈਨੂੰ ਫਿਰ ਇੱਥੇ ਲਿਆ ਕੇ ਇਸ ਘਰ ਵਿੱਚ ਖੜਾ ਕਰ ਦਿੱਤਾ ਤੇ ਦੂਸਰੀ ਤਰਫ ਮੇਰੀ ਨਨਦ ਅੰਜਲੀ ਮੇਰੇ ਪਿੱਛੇ ਹੀ ਪੈ ਗਈ ਸੀ। ਮੈਨੂੰ ਅਜੀਬੋ ਗਰੀਬ ਸਵਾਲ ਕਰਦੀ ਰਹਿੰਦੀ। ਉਹ ਮੇਰੀ ਸੱਚਾਈ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੀ ਸੀ ਜਾਂ ਫਿਰ ਮੇਰੇ ਬਾਰੇ ਸਭ ਕੁਝ ਜਾਣਦੀ ਸੀ ਜਾਂ ਜਾਣਬੁੱਝ ਕੇ ਮੈਨੂੰ ਪਰੇਸ਼ਾਨ ਕਰਦੀ ਸੀ। ਇੱਕ ਦਿਨ ਵਿਕਰਾਂਤ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੈਨੂੰ ਕਹਿਣ ਲੱਗਾ ਕਿ ਭਾਬੀ ਮੈਂ ਅੰਦਰ ਆ ਜਾਵਾਂ। ਮੈਂ ਇੱਕਦਮ ਘਬਰਾ ਗਈ ਤੇ ਸੋਚਣ ਲੱਗੀ ਕਿ ਪਤਾ ਨਹੀਂ ਹੁਣ ਮੇਰੇ ਨਾਲ ਕੀ ਹੋਣ ਵਾਲਾ ਹੈ। ਮੈਨੂੰ ਪਸੀਨੇ ਆਉਣ ਲੱਗੇ। ਮੈਂ ਜਲਦੀ ਨਾਲ ਪਿੱਛੇ ਦੇ ਦਰਵਾਜ਼ੇ ਤੋਂ ਬਾਹਰ ਆ ਗਈ। ਮੈਂ ਅਨਿਲ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਮੈਂ ਡਾਕਟਰ ਦੇ ਕੋਲ ਆਈ ਹਾਂ। ਅੱਜ ਤਾਂ ਜਿਵੇਂ ਤਿਵੇਂ ਕਰਕੇ ਮੈਂ ਖੁਦ ਨੂੰ ਬਚਾ ਲਿਆ ਸੀ। ਹੁਣ ਮੈਨੂੰ ਕਿਵੇਂ ਵੀ ਕਰਕੇ ਇਸ ਘਰ ਤੋਂ ਦੂਰ ਜਾਣਾ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰਾ ਅਤੀਤ ਮੇਰੀ ਆਉਣ ਵਾਲੀ ਜ਼ਿੰਦਗੀ ਦਾ ਹਿੱਸਾ ਬਣਨ ਵਾਲਾ ਹੈ। ਹੁਣ ਮੈਂ ਗੁੰਮਸੁੰਮ ਅਤੇ ਚੁੱਪਚਾਪ ਰਹਿਣ ਲੱਗੀ ਸੀ। ਮੈਂ ਅਨਿਲ ਨੂੰ ਕਹਿੰਦੀ ਸੀ ਕਿ ਪਲੀਜ਼ ਇੱਥੋਂ ਵਾਪਸ ਚੱਲੀਏ। ਮੇਰਾ ਦਮ ਘੁੱਟਣ ਲੱਗਾ ਹੈ। ਇੱਥੇ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ। ਇੱਥੇ ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੁੰਦੀ ਹੈ। ਮੇਰਾ ਦਿਲ ਨਹੀਂ ਲੱਗਦਾ। ਇੱਥੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਹਾਂ। ਅਨਿਲ ਇਹ ਦੇਖ ਕੇ ਘਬਰਾ ਗਿਆ। ਸਾਲਾਂ ਬਾਅਦ ਕਿਵੇਂ ਮੈਂ ਆਪਣੇ ਹੋਸ਼ ਖੋ ਬੈਠੀ ਸੀ। ਮੈਂ ਬਹੁਤ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲ ਰਹੀ ਸੀ। ਇੱਕ ਦਿਨ ਅਚਾਨਕ ਹੀ ਮੇਰੇ ਸਾਹਮਣੇ ਵਿਕਰਾਂਤ ਆ ਗਿਆ। ਉਹ ਮੈਨੂੰ ਦੇਖਦੇ ਹੀ ਘੂਰਨ ਲੱਗਾ ਪਰ ਮੈਂ ਆਪਣਾ ਫੇਸ ਕਵਰ ਕੀਤਾ ਹੋਇਆ ਸੀ। ਕੁਝ ਦੇਰ ਤੱਕ ਤਾਂ ਉਹ ਮੈਨੂੰ ਐਵੇਂ ਹੀ ਦੇਖਦਾ ਰਿਹਾ। ਫਿਰ ਉਸਨੇ ਮੇਰੀ ਤਬੀਅਤ ਬਾਰੇ ਪੁੱਛਿਆ। ਮੈਂ ਬਸ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਵੀ ਉੱਥੋਂ ਬਿਨਾਂ ਕੁਝ ਕਹੇ ਚਲਾ ਗਿਆ। ਮੈਂ ਜਲਦੀ ਆਪਣਾ ਸਮਾਨ ਪੈਕ ਕੀਤਾ ਤੇ ਅਨਿਲ ਨੂੰ ਬਿਨਾਂ ਕੁਝ ਦੱਸੇ ਉੱਥੋਂ ਜਾਣ ਲੱਗੀ। ਜਿਵੇਂ ਹੀ ਮੈਂ ਦਰਵਾਜ਼ੇ ਉੱਤੇ ਪਹੁੰਚੀ ਤਾਂ ਮੇਰੀ ਨਨਦ ਮੇਰਾ ਹੱਥ ਫੜ ਕੇ ਮੈਨੂੰ ਘਰ ਦੇ ਅੰਦਰ ਲੈ ਆਈ। ਮੈਂ ਨਜ਼ਰਾਂ ਤੇ ਸਿਰ ਝੁਕਾਈ ਖੜੀ ਸੀ। ਘਰ ਦੇ ਬਾਕੀ ਲੋਕ ਵੀ ਉੱਥੇ ਹੀ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਇੱਕ ਮੁਜਰਿਮ ਹਾਂ। ਅੰਜਲੀ ਕਹਿਣ ਲੱਗੀ, ਮੇਰੇ ਦੋਵਾਂ ਭਰਾਵਾਂ ਦੀ ਇੱਕ ਹੀ ਦੁਲਹਨ, ਇਸ ਦੀ ਕੀ ਵਜ੍ਹਾ ਸੀ? ਇਹ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਉਸ ਦੀ ਗੱਲ ਸੁਣ ਕੇ ਮੈਂ ਚੀਕ ਪਈ ਤੇ ਕਹਿਣ ਲੱਗੀ ਕਿ ਨਹੀਂ, ਅਜਿਹਾ ਕੁਝ ਨਹੀਂ ਹੈ, ਇਹ ਝੂਠ ਬੋਲ ਰਹੀ ਹੈ। ਅਨਿਲ ਨੇ ਮੇਰੇ ਮੂੰਹ ਉੱਤੇ ਥੱਪੜ ਮਾਰਿਆ। ਮੈਂ ਰੋਣ ਲੱਗੀ। ਮੈਂ ਕਿਸਮਤ ਦੇ ਹੱਥੋਂ ਮਜਬੂਰ ਸੀ ਕਿਉਂਕਿ ਹੁਣ ਮੇਰਾ ਸੱਚ ਸਭ ਦੇ ਸਾਹਮਣੇ ਆਉਣ ਵਾਲਾ ਸੀ। ਅਨਿਲ ਨੇ ਕਿਹਾ, ਇਹ ਕੀ ਕਹਿ ਰਹੀ ਹੈ? ਆਖਿਰ ਸੱਚ ਕੀ ਹੈ? ਇਸ ਦੀ ਗੱਲ ਦਾ ਕੀ ਮਤਲਬ ਹੈ? ਮੈਂ ਜ਼ੋਰ-ਜ਼ੋਰ ਦੀ ਰੋਣ ਲੱਗੀ ਤੇ ਮੈਂ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ। ਮੈਂ ਵਿਕਰਾਂਤ ਦੀ ਤਰਫ ਦੇਖਣ ਲੱਗੀ। ਮੈਂ ਸੋਚ ਰਹੀ ਸੀ ਕਿ ਵਿਕਰਾਂਤ ਮੇਰੀ ਸਫਾਈ ਵਿੱਚ ਸਭ ਨੂੰ ਸੱਚ ਦੱਸੇਗਾ, ਪਰ ਉਸ ਦੀਆਂ ਝੁਕੀਆਂ ਨਜ਼ਰਾਂ ਦੇਖ ਕੇ ਮੈਂ ਸਮਝ ਗਈ ਸੀ ਕਿਉਂਕਿ ਉਸ ਦਾ ਝੁਕਿਆ ਸਿਰ ਤੇ ਝੁਕੀਆਂ ਹੋਈਆਂ ਨਜ਼ਰਾਂ ਇਸ ਗੱਲ ਨੂੰ ਬਿਆਨ ਕਰ ਰਹੀਆਂ ਸੀ ਕਿ ਮੇਰਾ ਹੀ ਕਸੂਰ ਹੈ। ਮੈਂ ਅਨਿਲ ਨੂੰ ਕਿਹਾ ਕਿ ਮੈਂ ਇਸ ਦੀ ਸਭ ਦੀ ਇਕੱਲੀ ਜ਼ਿੰਮੇਦਾਰ ਨਹੀਂ ਹਾਂ। ਉਹ ਕਹਿਣ ਲੱਗਾ ਕਿ ਤੇਰਾ ਕੀ ਮਤਲਬ ਹੈ? ਇਹ ਸਭ ਕੀ ਕਹਿ ਰਹੀ ਹੈ? ਆਖਿਰ ਇਹ ਸਭ ਕੁਝ ਚੱਲ ਕੀ ਰਿਹਾ ਹੈ? ਕੋਈ ਮੈਨੂੰ ਸੱਚ ਦੱਸੇਗਾ? ਉਹ ਇੱਕਦਮ ਗੁੱਸੇ ਵਿੱਚ ਚੀਖ ਪਏ। ਮੈਂ ਜ਼ੋਰ-ਜ਼ੋਰ ਦੀ ਰੋਣ ਲੱਗੀ ਤੇ ਸਭ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਕਿ ਪਲੀਜ਼ ਤੁਸੀਂ ਮੇਰੇ ਵਿਆਹ ਨੂੰ ਬਚਾ ਲਵੋ। ਮੇਰੀ ਗਲਤੀ ਸਿਰਫ ਇੰਨੀ ਹੀ ਹੈ, ਮੈਂ ਆਪਣੇ ਅਤੀਤ ਨੂੰ ਭੁਲਾ ਕੇ ਅੱਗੇ ਜ਼ਿੰਦਗੀ ਵਿੱਚ ਕਦਮ ਰੱਖਿਆ ਤੇ ਅਨਿਲ ਨਾਲ ਵਿਆਹ ਕਰ ਲਿਆ। ਮੈਨੂੰ ਰੋਂਦੀ ਵਿਲਕਦੀ ਹੋਈ ਦੇਖ ਕੇ ਮੇਰੀ ਸੱਸ ਨੂੰ ਮੇਰੇ ਉੱਤੇ ਤਰਸ ਆ ਗਿਆ। ਉਹ ਮੇਰੇ ਕੋਲ ਆਈ ਤੇ ਮੈਨੂੰ ਗਲੇ ਲਗਾ ਕੇ ਦਿਲਾਸਾ ਦੇਣ ਲੱਗੀ ਤੇ ਅਨਿਲ ਨੂੰ ਮੇਰੀ ਸੱਸ ਸੱਚ ਦੱਸਣ ਲੱਗੀ ਤੇ ਕਹਿਣ ਲੱਗੀ ਕਿ ਇਹ ਕੁੜੀ ਸੱਚ ਕਹਿ ਰਹੀ ਹੈ। ਸਾਲਾਂ ਪਹਿਲਾਂ ਜਦੋਂ ਅਸੀਂ ਤੈਨੂੰ ਸ਼ਹਿਰ ਭੇਜ ਦਿੱਤਾ ਸੀ, ਇਸ ਪਿੰਡ ਵਿੱਚ ਇੱਕ ਅਜੀਬ ਜਿਹਾ ਦਸਤੂਰ ਸੀ। ਮਾਤਾ ਪਿਤਾ ਆਪਣੇ ਬੱਚਿਆਂ ਦੇ ਬਚਪਨ ਵਿੱਚ ਹੀ ਵਿਆਹ ਕਰ ਦਿੰਦੇ ਸੀ। ਖਾਸ ਕਰਕੇ ਕੁੜੀਆਂ ਦੇ ਮਾਤਾ ਪਿਤਾ ਆਪਣੇ ਸਿਰ ਤੋਂ ਬੋਝ ਨੂੰ ਘੱਟ ਕਰਨ ਦੇ ਲਈ ਆਪਣੀ ਬੇਟੀ ਦਾ ਵਿਆਹ ਬਚਪਨ ਵਿੱਚ ਹੀ ਕਰ ਦਿੰਦੇ ਸੀ। ਇਸ ਲੜਕੀ ਦਾ ਤੇ ਵਿਕਰਾਂਤ ਦਾ ਬਚਪਨ ਵਿੱਚ ਹੀ ਵਿਆਹ ਕਰ ਦਿੱਤਾ ਗਿਆ ਸੀ। ਪਰ ਜਦੋਂ ਬੱਚੇ ਜਵਾਨ ਹੁੰਦੇ ਨੇ
ਤਾਂ ਉਹ ਇਸ ਬਚਪਨ ਦੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਸੀ। ਜੇ ਉਹਨਾਂ ਦੇ ਮਾਤਾ-ਪਿਤਾ ਉਹਨਾਂ ਨਾਲ ਜ਼ੋਰ ਜ਼ਬਰਦਸਤੀ ਕਰਦੇ ਤਾਂ ਉਹ ਤੰਗ ਆ ਕੇ ਘਰ ਛੱਡ ਕੇ ਚਲੇ ਜਾਂਦੇ ਸੀ ਜਾਂ ਫਿਰ ਆਪਣੀ ਪਤਨੀ ਨੂੰ ਤਲਾਕ ਦੇ ਦਿੰਦੇ ਸੀ। ਉਹ ਦੱਸਣ ਲੱਗੀ ਕਿ ਇਸੇ ਤਰ੍ਹਾਂ ਵਿਕਰਾਂਤ ਤੇ ਸੋਨਮ ਦੇ ਨਾਲ ਵੀ ਕਿਸਮਤ ਨੇ ਇਹ ਖੇਲ ਖੇਲਿਆ। ਇਹਨਾਂ ਦਾ ਵੀ ਬਚਪਨ ਬਰਬਾਦ ਹੋ ਗਿਆ, ਪਰ ਵਿਕਰਾਂਤ ਨੇ ਘਰ ਤੋਂ ਭੱਜ ਕੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ ਤੇ ਇਹ ਵਿਚਾਰੀ ਕਿਸਮਤ ਦੀ ਮਾਰੀ ਵਿਕਰਾਂਤ ਦਾ ਇੰਤਜ਼ਾਰ ਕਰਦੀ ਰਹੀ। ਪਿੰਡ ਵਾਲਿਆਂ ਨੇ ਇਸ ਨੂੰ ਤਾਨੇ ਦੇ ਦੇ ਕੇ ਇਸ ਦਾ ਜੀਣਾ ਹਰਾਮ ਕਰ ਰੱਖਿਆ ਸੀ। ਇੱਥੋਂ ਤੱਕ ਕਿ ਇਸ ਦੇ ਖੁਦ ਦੇ ਘਰ ਵਾਲਿਆਂ ਨੇ ਤੇ ਰਿਸ਼ਤੇਦਾਰਾਂ ਨੇ ਵੀ ਇਸ ਦਾ ਸਾਥ ਨਹੀਂ ਦਿੱਤਾ ਤੇ ਇੱਥੇ ਸਾਡੇ ਘਰ ਆ ਗਈ, ਪਰ ਅਸੀਂ ਇੱਥੇ ਵੀ ਇਸ ਨੂੰ ਚੈਨ ਨਾਲ ਨਹੀਂ ਰਹਿਣ ਦਿੱਤਾ। ਤੇ ਕੁਝ ਦਿਨਾਂ ਬਾਅਦ ਵਿਕਰਾਂਤ ਨੇ ਇਸ ਨੂੰ ਭੁਲਾ ਦਿੱਤਾ ਤੇ ਕਹਿਣ ਲੱਗਾ ਮੇਰਾ ਇਸ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਤੇ ਅਸੀਂ ਇਸ ਲੜਕੀ ਨੂੰ ਇੱਥੋਂ ਧੱਕੇ ਦੇ ਕੇ ਕੱਢ ਦਿੱਤਾ। ਇਹ ਵਿਚਾਰੀ ਦਰ-ਦਰ ਦੀਆਂ ਠੋਕਰਾਂ ਖਾਂਦੀ ਰਹੀ। ਫਿਰ ਮੈਂ ਅਨਿਲ ਨੂੰ ਅੱਗੇ ਦਾ ਸੱਚ ਦੱਸਿਆ ਕਿ ਇਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਭੂਆ ਦੇ ਕੋਲ ਸ਼ਹਿਰ ਭੇਜ ਦਿੱਤਾ ਤੇ ਮੈਨੂੰ ਆਪਣੀ ਕਸਮ ਦਿੱਤੀ ਕਿ ਮੈਂ ਆਪਣੇ ਅਤੀਤ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਜਾਵਾਂ ਤੇ ਕਦੇ ਵੀ ਸੱਚ ਨੂੰ ਕਿਸੇ ਦੇ ਸਾਹਮਣੇ ਨਹੀਂ ਦੱਸਾਂਗੀ। ਅਨਿਲ ਕਹਿਣ ਲੱਗੇ ਕਿ ਇੰਨਾ ਵੱਡਾ ਸੱਚ ਤੂੰ ਮੇਰੇ ਤੋਂ ਛੁਪਾਇਆ। ਇਹ ਸਾਰੇ ਲੋਕ ਤੇਰੇ ਗੁਨਾਹਗਾਰ ਨੇ, ਪਰ ਤੂੰ ਮੇਰੀ ਗੁਨਾਹਗਾਰ ਹੈ। ਮੈਂ ਤੈਨੂੰ ਸੱਚੀ ਮੁਹੱਬਤ ਕੀਤੀ ਤੇ ਤੂੰ ਮੈਨੂੰ ਕੁਝ ਵੀ ਨਹੀਂ ਦੱਸਣਾ ਜ਼ਰੂਰੀ ਸਮਝਿਆ। ਹੋਰ ਤਾਂ ਹੋਰ ਤੂੰ ਮੇਰੇ ਭਰਾ ਦੀ ਪਹਿਲੀ ਪਤਨੀ ਹੈ। ਇਹ ਸਭ ਕੁਝ ਜਾਣ ਕੇ ਤੂੰ ਕਿਵੇਂ ਮੇਰੇ ਨਾਲ ਰਹਿ ਸਕਦੀ ਸੀ? ਤੂੰ ਆਪਣੇ ਨਾਲ ਮੈਨੂੰ ਵੀ ਪਾਪ ਦਾ ਭਾਗੀਦਾਰ ਬਣਾ ਲਿਆ। ਜਦੋਂ ਤੇਰਾ ਪਹਿਲਾ ਵਿਆਹ ਹੋ ਗਿਆ ਸੀ ਤਾਂ ਤੂੰ ਮੇਰੇ ਨਾਲ ਵਿਆਹ ਕਿਵੇਂ ਕਰ ਸਕਦੀ ਸੀ? ਇਹ ਸੁਣ ਕੇ ਮੈਂ ਵਿਕਰਾਂਤ ਦੀ ਤਰਫ ਦੇਖਿਆ। ਉਹ ਹੈਰਾਨ ਹੋ ਗਿਆ ਤੇ ਘਬਰਾ ਗਿਆ। ਮੇਰੇ ਤੇ ਵਿਕਰਾਂਤ ਤੋਂ ਇਲਾਵਾ ਅੰਜਲੀ ਵੀ ਸਾਰਾ ਸੱਚ ਜਾਣਦੀ ਸੀ। ਮੈਂ ਅੰਜਲੀ ਨੂੰ ਘੂਰ ਕੇ ਦੇਖਿਆ। ਇੰਨੀ ਦੇਰ ਵਿੱਚ ਵਿਕਰਾਂਤ ਦੀ ਪਤਨੀ ਨੇ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗੀ ਕਿ ਸਭ ਚੱਲ ਕੀ ਰਿਹਾ ਹੈ? ਤੂੰ ਮੈਨੂੰ ਧੋਖਾ ਦਿੱਤਾ, ਧੋਖੇ ਨਾਲ ਤੂੰ ਮੇਰੇ ਨਾਲ ਵਿਆਹ ਕੀਤਾ। ਹੁਣ ਮੈਂ ਤੈਨੂੰ ਡਿਵੋਰਸ ਦੇ ਦੇਵਾਂਗੀ। ਅੰਜਲੀ ਰੋਣ ਲੱਗੀ ਤੇ ਕਹਿਣ ਲੱਗੀ ਸਾਰੀ ਗਲਤੀ ਮੇਰੀ ਹੈ। ਮੈਂ ਸ਼ੁਰੂ ਤੋਂ ਹੀ ਭਾਬੀ ਦਾ ਚਿਹਰਾ ਦੇਖ ਲਿਆ ਸੀ ਤੇ ਉਸ ਨੂੰ ਪਹਿਚਾਨ ਲਿਆ ਸੀ, ਪਰ ਮੈਂ ਉਹਨਾਂ ਦਾ ਸੱਚ ਘਰ ਵਾਲਿਆਂ ਦੇ ਸਾਹਮਣੇ ਲਿਆ ਕੇ ਉਹਨਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ। ਮੈਂ ਅੰਜਲੀ ਨੂੰ ਵੇਖਣ ਲੱਗੀ ਤੇ ਸੋਚਣ ਲੱਗੀ ਕਿ ਪਤਾ ਨਹੀਂ ਇਹ ਕਿਹੜਾ ਸੱਚ ਦੱਸਣ ਵਾਲੀ ਹੈ। ਕਹਿਣ ਲੱਗੀ ਕਿ ਸੋਨਮ ਦਾ ਭਾਈ ਤੇ ਮੈਂ ਇੱਕ ਦੂਜੇ ਨੂੰ ਬਹੁਤ ਮੁਹੱਬਤ ਕਰਦੇ ਸੀ ਤੇ ਵਿਆਹ ਕਰਨਾ ਚਾਹੁੰਦੇ ਸੀ, ਪਰ ਵਿਕਰਾਂਤ ਤੇ ਸੋਨਮ ਦੇ ਵਿਆਹ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ। ਇਹਨਾਂ ਦੋਵਾਂ ਦੀ ਵਜ੍ਹਾ ਕਰਕੇ ਸਾਡਾ ਵੀ ਵਿਆਹ ਨਹੀਂ ਹੋ ਸਕਿਆ। ਉਸੇ ਸਮੇਂ ਮੈਂ ਸੋਚ ਲਿਆ ਸੀ ਕਿ ਮੈਂ ਇਸ ਤੋਂ ਬਦਲਾ ਲੈ ਕੇ ਹੀ ਰਹਾਂਗੀ। ਜਦੋਂ ਮੈਂ ਪਹਿਲੀ ਵਾਰ ਇਸ ਨੂੰ ਦੇਖਿਆ ਤਾਂ ਮੇਰੇ ਦਿਲ ਵਿੱਚ ਸਾਲਾਂ ਪੁਰਾਣੀ ਨਫ਼ਰਤ ਜਾਗ ਗਈ। ਤਾਂ ਮੈਂ ਸੋਚ ਲਿਆ ਕਿ ਮੈਂ ਇਸ ਤੋਂ ਬਦਲਾ ਲੈ ਕੇ ਰਹਾਂਗੀ, ਪਰ ਮੇਰੀ ਇੱਕ ਗਲਤੀ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਪਲੀਜ਼ ਤੁਸੀਂ ਸਾਰੇ ਲੋਕ ਮੈਨੂੰ ਮਾਫ ਕਰ ਦੇਵੋ। ਵਿਕਰਾਂਤ ਉੱਤੇ ਚਲਾਉਣ ਲੱਗੀ ਤੇ ਉਸ ਨੂੰ ਕਹਿਣ ਲੱਗੀ ਕਿ ਵਿਕਰਾਂਤ ਸੱਚ ਦੱਸੋ, ਤੇਰੀ ਤੇ ਅਨਿਲ ਨਹੀਂ ਤਾਂ ਇਹਨਾਂ ਦੋਨਾਂ ਮਾਸੂਮ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਤੇ ਸਭ ਕੁਝ ਬਰਬਾਦ ਹੋ ਜਾਵੇਗਾ। ਮੇਰੀ ਨਜ਼ਰ ਵਿਕਰਾਂਤ ਉੱਤੇ ਜੰਮੀ ਹੋਈ ਸੀ। ਉਸ ਦੇ ਮਾਤਾ ਪਿਤਾ ਵੀ ਬਹੁਤ ਜ਼ਿਆਦਾ ਸ਼ਰਮਿੰਦਾ ਸੀ। ਵਿਕਰਾਂਤ ਦੀ ਪਤਨੀ ਵੀ ਉਸ ਨੂੰ ਫੜ ਕੇ ਜੰਜੋੜ ਰਹੀ ਸੀ। ਇੰਨੀ ਦੇਰ ਵਿੱਚ ਮੈਂ ਚੱਕਰ ਖਾ ਕੇ ਜ਼ਮੀਨ ਉੱਤੇ ਗਿਰ ਗਈ ਤੇ ਬੇਹੋਸ਼ ਹੋ ਗਈ। ਕੁਝ ਦੇਰ ਬਾਅਦ ਮੈਨੂੰ ਹੋਸ਼ ਆਇਆ ਤਾਂ ਮੈਨੂੰ ਡਾਕਟਰ ਦੀ ਆਵਾਜ਼ ਆਈ। ਉਹ ਸਭ ਨੂੰ ਦੱਸ ਰਹੀ ਸੀ ਕਿ ਤੁਸੀਂ ਸਾਰੇ ਇਸ ਦਾ ਬਹੁਤ ਖਿਆਲ ਰੱਖੋ, ਇਹ ਪ੍ਰੈਗਨੈਂਟ ਹੈ। ਮੇਰੀ ਅੱਖ ਖੁੱਲ ਗਈ ਤੇ ਸੁਣ ਕੇ ਮੇਰੀ ਹਾਲਤ ਹੋਰ ਜ਼ਿਆਦਾ ਖਰਾਬ ਹੋਣ ਲੱਗੀ। ਅੰਜਲੀ ਤੇ ਅਨਿਲ ਦੀ ਮਾਂ ਮੈਨੂੰ ਸੰਭਾਲਣ ਲੱਗੀਆਂ। ਅਨਿਲ ਵੀ ਆਪਣਾ ਸਿਰ ਫੜ ਕੇ ਬੈਠ ਗਏ। ਐਵੇਂ ਲੱਗ ਰਿਹਾ ਸੀ ਜਿਵੇਂ ਕਿਆਮਤ ਟੁੱਟ ਗਈ ਹੋਵੇ। ਇੱਕ ਹੀ ਲੜਕੀ ਦੋ ਭਰਾਵਾਂ ਦੀ ਪਤਨੀ ਕਿਵੇਂ ਹੋ ਸਕਦੀ ਹੈ? ਅਨਿਲ ਮੇਰੇ ਅੱਗੇ ਹੱਥ ਜੋੜ ਕੇ ਕਹਿਣ ਲੱਗੇ ਕਿ ਪਲੀਜ਼ ਮੈਨੂੰ ਅੱਗੇ ਦਾ ਸੱਚ ਦੱਸੋ, ਕੀ ਹੈ? ਉਦੋਂ ਹੀ ਅੰਜਲੀ ਕਹਿਣ ਲੱਗੀ ਕਿ ਅਨਿਲ ਵੀਰ, ਵਿਕਰਾਂਤ ਗੁਨਾਹਗਾਰ ਹੈ। ਇਸ ਨੇ ਹੀ ਇਸ ਦੇ ਨਾਲ ਇਹ ਸਭ ਕੁਝ ਕੀਤਾ ਹੈ ਤੇ ਹੁਣ ਇਹ ਚੁੱਪਚਾਪ ਖੜਾ ਹੈ। ਅਨਿਲ ਨੇ ਗੁੱਸੇ ਵਿੱਚ ਵਿਕਰਾਂਤ ਦੇ ਜ਼ੋਰਦਾਰ ਥੱਪੜ ਮਾਰਿਆ। ਵਿਕਰਾਂਤ ਜ਼ਮੀਨ ਉੱਤੇ ਗਿਰ ਗਿਆ ਤੇ ਅਨਿਲ ਦੇ ਪੈਰ ਫੜ ਲਏ ਤੇ ਅਨਿਲ ਦੇ ਪੈਰ ਫੜ ਕੇ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਸੋਨਮ ਦਾ ਗੁਨੇਗਾਰ ਹਾਂ। ਉਸਨੇ ਦੱਸਿਆ ਮੈਂ ਹੀ ਸੋਨਮ ਦਾ ਗੁਨੇਗਾਰ ਹਾਂ। ਉਸਨੇ ਦੱਸਿਆ ਕਿ ਸਾਲਾਂ ਪਹਿਲਾਂ ਜਦੋਂ ਮੈਂ ਆਪਣਾ ਦੂਸਰਾ ਵਿਆਹ ਕਰਨ ਦਾ ਸੋਚਿਆ ਸੀ, ਉਸ ਸਮੇਂ ਮੈਂ ਇਸ ਨੂੰ ਡਿਵੋਰਸ ਪੇਪਰ ਭਿਜਵਾ ਦਿੱਤੇ ਸੀ। ਹੁਣ ਇਹ ਮੇਰੀ ਪਤਨੀ ਨਹੀਂ ਹੈ
ਇਹ ਤੁਹਾਡੀ ਪਤਨੀ ਹੈ ਤੇ ਬੱਚਾ ਵੀ ਤੁਹਾਡਾ ਹੈ। ਬਸ ਕਿਸਮਤ ਨੇ ਸਾਡੇ ਨਾਲ ਇਹ ਖੇਲ ਖੇਲਿਆ ਹੈ। ਵਿਕਰਾਂਤ ਨੇ ਮੈਨੂੰ ਤੇ ਸੋਨਮ ਨੂੰ ਇਸ ਪਾਪ ਤੋਂ ਬਚਾ ਲਿਆ। ਵਿਕਰਾਂਤ ਨੇ ਮੇਰੇ ਤੋਂ ਵੀ ਮੇਰੇ ਪੈਰ ਫੜ ਕੇ ਮਾਫੀ ਮੰਗੀ ਤੇ ਉਸ ਦੇ ਮਾਤਾ ਪਿਤਾ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਕੇ ਮੇਰੇ ਤੋਂ ਮਾਫੀ ਮੰਗੀ। ਮੈਂ ਰੋ ਰਹੀ ਸੀ। ਅਨਿਲ ਦੇ ਦਿਲ ਵਿੱਚ ਵੀ ਮੇਰੇ ਲਈ ਮੁਹੱਬਤ ਜਾਗ ਗਈ ਸੀ। ਉਹ ਵੀ ਜਾਣ ਚੁੱਕਿਆ ਸੀ ਕਿ ਇਸ ਸਭ ਵਿੱਚ ਮੇਰੀ ਕੋਈ ਗਲਤੀ ਨਹੀਂ ਸੀ। ਮੈਂ ਤਾਂ ਸਿਰਫ ਆਪਣੀ ਮਾਂ ਦੀ ਕਸਮ ਦੀ ਖਾਤਰ ਸਭ ਕੁਝ ਛੁਪਾ ਰਹੀ ਸੀ। ਮੇਰੇ ਤੇ ਵਿਕਰਾਂਤ ਦਾ ਹੁਣ ਕੋਈ ਵੀ ਰਿਸ਼ਤਾ ਬਾਕੀ ਨਹੀਂ ਰਿਹਾ ਸੀ। ਸਾਲਾਂ ਪਹਿਲਾਂ ਹੀ ਮੇਰਾ ਤੇ ਵਿਕਰਾਂਤ ਦਾ ਡਿਵੋਰਸ ਹੋ ਚੁੱਕਿਆ ਸੀ। ਮੈਂ ਵੀ ਸਭ ਨੂੰ ਮਾਫ ਕਰਕੇ ਆਪਣਾ ਦਿਲ ਸਾਫ਼ ਕਰ ਲਿਆ। ਵਿਕਰਾਂਤ ਨੇ ਆਪਣੀ ਪਤਨੀ ਤੋਂ ਵੀ ਮਾਫੀ ਮੰਗੀ। ਹੁਣ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਸੀ। ਕੁਝ ਮਹੀਨਿਆਂ ਬਾਅਦ ਹੀ ਅਸੀਂ ਸਾਰੇ ਲੋਕ ਸ਼ਹਿਰ ਆ ਗਏ। ਹੁਣ ਅਸੀਂ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗੇ ਸੀ। ਮੈਂ ਇੱਕ ਬੇਟੀ ਨੂੰ ਜਨਮ ਦਿੱਤਾ ਸੀ ਤੇ ਵਿਕਰਾਂਤ ਦੇ ਘਰ ਵਿੱਚ ਇੱਕ ਬੇਟਾ ਪੈਦਾ ਹੋਇਆ ਸੀ। ਅਨਿਲ ਦੇ ਮਾਤਾ-ਪਿਤਾ ਨੂੰ ਆਪਣੀਆਂ ਗਲਤੀਆਂ ਦਾ ਬਹੁਤ ਜ਼ਿਆਦਾ ਅਹਿਸਾਸ ਸੀ। ਇਸ ਲਈ ਉਹਨਾਂ ਨੇ ਸੋਚਿਆ ਸੀ ਕਿ ਉਹ ਆਪਣੇ ਪੋਤਾ-ਪੋਤੀ ਨੂੰ ਪੜ੍ਹਾ ਲਿਖਾ ਕੇ ਪਿੰਡ ਦੇ ਰੀਤੀ ਰਿਵਾਜਾਂ ਤੋਂ ਦੂਰ ਹੀ ਰੱਖਣਗੇ ਤੇ ਹੋ ਸਕੇ ਤਾਂ ਪਿੰਡ ਦੇ ਇਸ ਰੀਤੀ ਰਿਵਾਜਾਂ ਨੂੰ ਖਤਮ ਕਰ ਦੇਣਗੇ ਤਾਂ ਜੋ ਆਉਣ ਵਾਲੇ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਨਾ ਹੋ ਸਕਣ। ਤੇ ਅਜਿਹਾ ਹੀ ਹੋਇਆ। ਅਨਿਲ ਨੇ ਆਪਣੇ ਪਿੰਡ ਜਾ ਕੇ ਸਭ ਨੂੰ ਬਹੁਤ ਸਮਝਾਇਆ ਤੇ ਇਸ ਰਿਵਾਜ ਨੂੰ ਖਤਮ ਕਰ ਦਿੱਤਾ ਤੇ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾ ਲਿਆ। ਪਿੰਡ ਵਾਲਿਆਂ ਦੀ ਸੋਚ ਬਦਲ ਕੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਉੱਤੇ ਧਿਆਨ ਦੇਣ ਨੂੰ ਕਿਹਾ। ਜਦੋਂ ਸਾਡੇ ਬੱਚੇ ਵੱਡੇ ਹੋ ਗਏ ਤਾਂ ਅਸੀਂ ਆਪਣੇ ਬੇਟੇ ਬੇਟੀ ਨੂੰ ਦੇਸ਼ ਤੋਂ ਬਾਹਰ ਪੜ੍ਹਨ ਦੇ ਲਈ ਭੇਜ ਦਿੱਤਾ। ਪੁਰਾਣੇ ਤੇ ਪਿਛੜੀ ਸੋਚ ਦੇ ਰਿਵਾਜ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦੇ ਨੇ। ਅਸੀਂ ਆਪਣਾ ਅਤੀਤ ਕਿੰਨਾ ਵੀ ਭੁੱਲਣਾ ਚਾਹੀਏ, ਇੱਕ ਦਿਨ ਉਹ ਸਾਡੇ ਸਾਹਮਣੇ ਆ ਹੀ ਜਾਂਦਾ ਹੈ, ਪਰ ਕਿਸਮਤ ਦਾ ਲਿਖਿਆ ਕੋਈ ਨਹੀਂ ਬਦਲ ਸਕਦਾ। ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ। ਧੰਨਵਾਦ ਜੀ।